Hello students, Vijay here from Jagraon. Welcome to EduDesk. ਅੱਜ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੈਸਕ੍ਰਾਈਬ ਕੀਤੀ ਇੰਗਲਿਸ਼ ਵਿਸ਼ੇ ਦੀ ਮੇਨ ਕੋਰਸ ਬੁੱਕ ਦਾ ਪਹਿਲਾ ਲੈਸਨ ਜੋ ਹੈ ਗਰੂਮਿੰਗ ਆਫ ਅ ਬॉय ਉਹਦੀ ਟੈਕਸਚੁਅਲ ਐਕਸਰਸਾਈਜ਼ ਕਰਾਂਗੇ ਤੇ ਆਓ ਸ਼ੁਰੂ ਕਰੀਏ। Subscribe this channel and press the bell icon to get the latest updates. ਸਭ ਤੋਂ ਪਹਿਲਾਂ ਸ਼ਾਰਟ ਆਨਸਰ ਟਾਈਪ ਕੁਐਸਚਨ। Question number 1. All men are not just and true. Why is the author still hopeful? ਸਾਰੇ ਮਨੁੱਖ ਨਿਆਂਪੂਰਨ ਅਤੇ ਸੱਚੇ ਨਹੀਂ ਹੁੰਦੇ, ਫਿਰ ਵੀ ਆਥਰ ਨੂੰ ਰਾਈਟਰ ਨੂੰ ਉਮੀਦ ਹੈ, ਕਿਉਂ? ਆਨਸਰ: The author is still hopeful because he knows that for every bad person there is a good person also. ਲੇਖਕ ਅਜੇ ਵੀ ਆਸ਼ਾਵਾਦੀ ਹੈ ਕਿਉਂਕਿ ਉਹ ਜਾਣਦਾ ਹੈ ਕਿ ਹਰੇਕ ਬੁਰੇ ਇਨਸਾਨ ਮਗਰ ਇੱਕ ਚੰਗਾ ਇਨਸਾਨ ਵੀ ਹੁੰਦਾ ਹੈ। Question number 2. What should Lincoln's son be steered away from? ਲਿੰਕਨ ਦੇ ਪੁੱਤਰ ਨੂੰ ਕਿਸ ਚੀਜ਼ ਤੋਂ ਮੋੜਿਆ ਜਾਣਾ ਚਾਹੀਦਾ ਹੈ? ਆਨਸਰ: He should be steered away from envy. ਉਸ ਨੂੰ ਈਰਖਾ ਤੋਂ ਦੂਰ ਮੋੜਿਆ ਜਾਣਾ ਚਾਹੀਦਾ ਹੈ। Question number 3. What should one never sell? ਕਿਸੇ ਨੂੰ ਕਿਹੜੀ ਚੀਜ਼ ਨਹੀਂ ਵੇਚਣੀ ਚਾਹੀਦੀ? ਆਨਸਰ ਹੈ One should never sell one's heart and soul. ਇੱਕ ਵਿਅਕਤੀ ਨੂੰ ਆਪਣਾ ਦਿਲ ਅਤੇ ਆਪਣੀ ਆਤਮਾ ਨਹੀਂ ਵੇਚਣੀ ਚਾਹੀਦੀ। Question number 4. Why does Lincoln want his son not be cuddled? ਲਿੰਕਨ ਆਪਣੇ ਪੁੱਤਰ ਨੂੰ ਛਾਤੀ ਨਾਲ ਲਗਾ ਕੇ ਕਿਉਂ ਨਹੀਂ ਰੱਖਣ ਦੇਣਾ ਚਾਹੁੰਦਾ? ਆਨਸਰ ਹੈ One can be taught only by passing through difficulties of life. So that is why he does not want his son to be cuddled. ਇੱਕ ਵਿਅਕਤੀ ਨੂੰ ਉਦੋਂ ਹੀ ਸਿਖਾਇਆ ਜਾ ਸਕਦਾ ਹੈ ਜਦੋਂ ਉਸ ਨੂੰ ਜ਼ਿੰਦਗੀ ਦੀਆਂ ਮੁਸੀਬਤਾਂ ਵਿੱਚੋਂ ਦੀ ਲੰਘਾਇਆ ਜਾਵੇ। ਸੋ ਇਸ ਕਰਕੇ ਉਹ ਚਾਹੁੰਦੇ ਹਨ ਕਿ ਉਸ ਦੇ ਪੁੱਤਰ ਨੂੰ ਜ਼ਿਆਦਾ ਛਾਤੀ ਨਾਲ ਨਾ ਲਗਾ ਕੇ ਰੱਖਿਆ ਜਾਵੇ। Question number 5. How can one gain sublime faith in mankind? ਇੱਕ ਵਿਅਕਤੀ ਨੂੰ ਮਾਨਵਤਾ ਉੱਤੇ ਉੱਤਮ ਵਿਸ਼ਵਾਸ ਕਿਵੇਂ ਮਿਲ ਸਕਦਾ ਹੈ? ਆਨਸਰ: By having sublime faith in himself. ਆਪਣੇ ਆਪ ਦੇ ਉੱਪਰ ਉੱਤਮ ਵਿਸ਼ਵਾਸ ਕਰਕੇ। Question number 6. What should one ponder about? ਕਿਸੇ ਵਿਅਕਤੀ ਨੂੰ ਕਿਸੇ ਵਿਸ਼ੇ ਵਿੱਚ ਜ਼ਿਆਦਾ ਸੋਚ ਵਿਚਾਰ ਕਰਨਾ ਚਾਹੀਦਾ ਹੈ? ਆਨਸਰ: One should ponder about the mysteries of all the objects of nature. ਇੱਕ ਵਿਅਕਤੀ ਨੂੰ ਕੁਦਰਤ ਦੀਆਂ ਸਾਰੀਆਂ ਚੀਜ਼ਾਂ ਦੇ ਰਹੱਸ ਦੇ ਬਾਰੇ ਸੋਚਣਾ ਚਾਹੀਦਾ ਹੈ।
Question number 7. After listening to all men, what should one do? ਸਭ ਲੋਕਾਂ ਨੂੰ ਸੁਣਨ ਤੋਂ ਬਾਅਦ ਇੱਕ ਵਿਅਕਤੀ ਨੂੰ ਕੀ ਕਰਨਾ ਚਾਹੀਦਾ ਹੈ? ਆਨਸਰ ਹੈ one should accept only that which is good and true. ਇੱਕ ਵਿਅਕਤੀ ਨੂੰ ਸਿਰਫ ਉਹਨਾਂ ਗੱਲਾਂ ਨੂੰ ਹੀ ਸਵੀਕਾਰ ਕਰਨਾ ਚਾਹੀਦਾ ਹੈ ਜਿਹੜੀਆਂ ਚੰਗੀਆਂ ਹੋਣ ਅਤੇ ਸੱਚੀਆਂ ਹੋਣ। Question number 8. What should one beware of? ਇੱਕ ਵਿਅਕਤੀ ਨੂੰ ਕਿਸ ਚੀਜ਼ ਤੋਂ ਬਚਣਾ ਚਾਹੀਦਾ ਹੈ? Answer. One should beware of the flatterers. ਇਹ ਸਨ ਸ਼ਾਰਟ ਆਨਸਰ ਟਾਈਪ ਕੁਐਸਚਨਸ। ਹੁਣ ਅਸੀਂ B ਸੈਕਸ਼ਨ ਦੇ ਵਿੱਚ ਲੌਂਗ ਆਨਸਰ ਟਾਈਪ ਕੁਐਸਚਨਸ ਕਰਾਂਗੇ। ਕੁਐਸਚਨ ਨੰਬਰ 1. ਲਿਸਟ the qualities which make a good human being. ਉਹਨਾਂ ਵਿਸ਼ੇਸ਼ਤਾਵਾਂ ਦੀ ਸੂਚੀ ਬਣਾਓ ਜਿਹੜੀਆਂ ਕਿਸੇ ਨੂੰ ਚੰਗਾ ਇਨਸਾਨ ਬਣਾਉਂਦੀਆਂ ਹਨ। Answer. Following are the qualities that make a good human being. A. Honesty. B. Courage. C. Truthfulness. D. Faith in himself. And E. Faith in goodness of mankind. ਹੇਠ ਲਿਖੇ ਗੁਣ ਇੱਕ ਵਿਅਕਤੀ ਨੂੰ ਚੰਗਾ ਇਨਸਾਨ ਬਣਾ ਸਕਦੇ ਹਨ। A. Honesty. ਇਮਾਨਦਾਰੀ. B. Courage. ਹੌਸਲਾ. C. Truthfulness. ਸੱਚਾਈ. D. Faith in himself. ਆਪਣੇ ਉੱਪਰ ਵਿਸ਼ਵਾਸ। E. Faith in goodness of mankind. ਇਹਦਾ ਮਤਲਬ ਹੈ ਮਾਨਵਤਾ ਦੀ ਚੰਗਿਆਈ ਉੱਪਰ ਵਿਸ਼ਵਾਸ। Question number 2. Make a list of qualities you have in yourself. ਉਹਨਾਂ ਗੁਣਾਂ ਦੀ ਸੂਚੀ ਬਣਾਓ ਜੋ ਤੁਹਾਡੇ ਵਿੱਚ ਹਨ। Answer. The motto of life is do good, find good. I never think ill of others. I hate cruelty and dishonesty in any form. ਮੇਰੇ ਜੀਵਨ ਦਾ ਆਦਰਸ਼ ਅਸੂਲ ਹੈ ਕਰ ਭਲਾ ਹੋ ਭਲਾ। I never think ill of others. ਮੈਂ ਕਦੇ ਵੀ ਦੂਜਿਆਂ ਦਾ ਬੁਰਾ ਨਹੀਂ ਸੋਚਦਾ। ਅੱਗੇ ਹੈ I hate cruelty and dishonesty in any form. ਮਤਲਬ ਮੈਂ ਕਿਸੇ ਵੀ ਰੂਪ ਵਿੱਚ ਬੇਰਹਿਮੀ ਅਤੇ ਬੇਈਮਾਨੀ ਤੋਂ ਨਫ਼ਰਤ ਕਰਦਾ ਹਾਂ। ਅੱਗੇ C ਸੈਕਸ਼ਨ ਦੇ ਵਿੱਚ ਟਿਕ ਦਾ ਕਰੈਕਟ ਸਟੇਟਮੈਂਟ ਐਜ਼ ਫਾਊਂਡ ਇਨ ਦਾ ਲੈਸਨ ਟੈਕਸਟ। ਜੋ ਅਸੀਂ ਲੈਸਨ ਪੜ੍ਹਿਆ ਹੈ ਉਹਦੇ ਹਿਸਾਬ ਦੇ ਨਾਲ ਜੋ ਸਟੇਟਮੈਂਟਸ ਸਹੀ ਲੱਗਦੀਆਂ ਨੇ ਉਹਨਾਂ ਦੇ ਉੱਪਰ ਟਿਕ ਕਰਨਾ ਹੈ। ਨੰਬਰ 1. ਲਿੰਕਨਸ ਸਨ ਵਿਲ ਲਰਨ ਦੈਟ. ਲਿੰਕਨ ਦਾ ਪੁੱਤਰ ਪੜ੍ਹੇਗਾ ਸਿੱਖੇਗਾ। ਕੀ ਕੁਝ ਸਿੱਖੇਗਾ? A. All men are not just. ਸਾਰੇ ਇਨਸਾਨ ਨਿਆਂਪੂਰਨ ਨਹੀਂ ਹੁੰਦੇ। B. All men are not true. ਸਾਰੇ ਇਨਸਾਨ ਸੱਚੇ ਨਹੀਂ ਹੁੰਦੇ। ਪਹਿਲਾਂ A ਦੇਖੋ, all men are not just ਅਸੀਂ ਲੈਸਨ ਦੇ ਸਟਾਰਟਿੰਗ 'ਚ ਹੀ ਪੜ੍ਹਿਆ ਸੀ।
ਤਾਂ ਇਹ ਸਟੇਟਮੈਂਟ ਸਾਡੀ ਸਹੀ ਹੈ ਕਿਉਂਕਿ ਸਾਰੇ ਮਨੁੱਖ ਨਿਆਂਪੂਰਨ ਨਹੀਂ ਹੁੰਦੇ। ਦੂਸਰਾ ਸੀ ਆਲ ਮੈਨ ਆਰ ਨਾਟ ਟਰੂ, ਸਾਰੇ ਇਨਸਾਨ ਸੱਚੇ ਨਹੀਂ ਹੁੰਦੇ। ਲੈਸਨ ਦੇ ਹਿਸਾਬ ਦੇ ਨਾਲ ਇਹ ਵੀ ਸਟੇਟਮੈਂਟ ਸਾਡੀ ਸਹੀ ਹੈ। ਨੰਬਰ 2, ਹੀ ਸ਼ੁੱਡ ਬੀ ਟੌਟ ਦੈਟ, ਉਸ ਨੂੰ ਸਿਖਾਇਆ ਜਾਣਾ ਚਾਹੀਦਾ ਹੈ। A, for every scoundrel there is a hero, ਹਰੇਕ ਬਦਮਾਸ਼ ਇਨਸਾਨ ਦੇ ਮਗਰ ਇੱਕ ਅਭਿਨੇਤਾ ਵੀ ਹੁੰਦਾ ਹੈ। B, for every selfish politician there is a dedicated leader, ਹਰੇਕ ਮਤਲਬੀ ਰਾਜਨੇਤਾ ਦੇ ਮਗਰ ਇੱਕ ਸਮਰਪਿਤ ਨੇਤਾ ਵੀ ਹੁੰਦਾ ਹੈ। C, for every success there is a failure, ਹਰੇਕ ਸਫਲਤਾ ਦੇ ਮਗਰ ਅਸਫਲਤਾ ਵੀ ਹੁੰਦੀ ਹੈ। D, for every enemy there is a friend, ਕਹਿੰਦਾ ਹਰੇਕ ਦੁਸ਼ਮਣ ਦੇ ਮਗਰ ਇੱਕ ਦੋਸਤ ਵੀ ਹੁੰਦਾ ਹੈ। ਤਾਂ ਜਿਹੜਾ ਅਸੀਂ ਲੈਸਨ ਪੜ੍ਹਿਆ ਉਹਦੇ ਵਿੱਚ ਜਿਹੜੀ ਪਹਿਲੀ ਸਟੇਟਮੈਂਟ ਹੈ for every scoundrel there is a hero, ਹਰੇਕ ਬਦਮਾਸ਼ ਇਨਸਾਨ ਦੇ ਮਗਰ ਇੱਕ ਅਭਿਨੇਤਾ ਵੀ ਹੁੰਦਾ ਹੈ, ਇਹ ਅਸੀਂ ਲੈਸਨ 'ਚ ਪੜ੍ਹਿਆ ਸੀ। ਸੋ ਇਸ ਕਰਕੇ ਲੈਸਨ ਦੇ ਅਕੋਰਡਿੰਗ ਇਹ ਸਟੇਟਮੈਂਟ ਸਾਡੀ ਸਹੀ ਹੈ। ਦੂਸਰਾ, for every selfish politician there is a dedicated leader, ਕਿ ਹਰੇਕ ਮਤਲਬੀ ਰਾਜਨੇਤਾ ਦੇ ਮਗਰ ਇੱਕ ਸਮਰਪਿਤ ਨੇਤਾ ਵੀ ਹੁੰਦਾ ਹੈ, ਇਹ ਵੀ ਲੈਸਨ 'ਚ ਅਸੀਂ ਪੜ੍ਹਿਆ ਸੀ। ਇਸ ਕਰਕੇ ਇਹ ਵੀ ਸਟੇਟਮੈਂਟ ਸਾਡੀ ਸਹੀ ਹੈ। ਤੀਸਰਾ, for every success there is a failure, ਪੂਰੇ ਟੈਕਸਟ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਲਾਈਨ ਨਹੀਂ ਆਈ ਜਿੱਥੇ ਸਫਲਤਾ ਦੇ ਮਗਰ ਅਸਫਲਤਾ ਦੀ ਗੱਲ ਕੀਤੀ ਗਈ ਹੋਵੇ। ਸੋ ਇਸ ਕਰਕੇ ਇਹ ਵਾਲਾ ਸਟੇਟਮੈਂਟ ਸਾਡਾ ਗਲਤ ਹੈ। ਐਂਡ ਲਾਸਟ ਵਨ ਇਜ਼ for every enemy there is a friend, ਹਰੇਕ ਦੁਸ਼ਮਣ ਦੇ ਮਗਰ ਇੱਕ ਦੋਸਤ ਵੀ ਹੁੰਦਾ ਹੈ। ਇਹ ਸਟੇਟਮੈਂਟ ਅਸੀਂ ਬੁੱਕ ਦੇ ਵਿੱਚ ਪੜ੍ਹੀ ਹੈ, ਤਾਂ ਇਹ ਸਟੇਟਮੈਂਟ ਸਾਡੀ ਸਹੀ ਹੈ। ਨੰਬਰ 3, he should have faith in, ਉਸ ਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ। ਕਿਹੜੀਆਂ ਕਿਹੜੀਆਂ ਚੀਜ਼ਾਂ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ, ਆਓ ਦੇਖੀਏ। A, everyone, ਹਰੇਕ ਦੇ ਉੱਪਰ ਵਿਸ਼ਵਾਸ ਹੋਣਾ ਚਾਹੀਦਾ ਹੈ। B, himself, ਆਪਣੇ ਆਪ ਉੱਪਰ ਵਿਸ਼ਵਾਸ ਹੋਣਾ ਚਾਹੀਦਾ ਹੈ। C, his own ideas, ਆਪਣੇ ਵਿਚਾਰਾਂ ਦੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਹੈ। D, mankind, ਮਾਨਵਤਾ ਦੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਹੈ। ਤਾਂ ਆਪਾਂ ਇਕੱਲੇ ਇਕੱਲੇ ਦੀ ਗੱਲ ਕਰਦੇ ਹਾਂ। ਪਹਿਲਾ ਹੈ everyone, ਜਦੋਂ ਅਸੀਂ ਇਸ ਨੂੰ ਆਪਣੇ ਸੰਦਰਭ ਦੇ ਵਿੱਚ ਦੇਖੀਏ ਤਾਂ ਇਹ ਗੱਲ ਸਾਨੂੰ ਗਲਤ ਨਜ਼ਰ ਆਉਂਦੀ ਹੈ। ਕਿਉਂ? ਕਿਉਂਕਿ ਸਾਨੂੰ ਕਦੇ ਵੀ ਹਰ ਇੱਕ ਬੰਦੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਤਾਂ ਲੈਸਨ ਦੇ ਅਕੋਰਡਿੰਗ ਵੀ ਕਿਤੇ ਵੀ ਅਬਰਾਹਿਮ ਲਿੰਕਨ ਨੇ ਆਪਣੇ ਪੱਤਰ ਦੇ ਵਿੱਚ ਇਹ ਨਹੀਂ ਲਿਖਿਆ ਕਿ ਇਸ ਬੱਚੇ ਨੂੰ ਜਾਂ ਮੇਰੇ ਬੱਚੇ ਨੂੰ ਇਹ ਸਿਖਾਇਆ ਜਾਵੇ ਕਿ ਉਹ ਹਰੇਕ ਤੇ ਵਿਸ਼ਵਾਸ ਕਰੇ। ਇਸ ਕਰਕੇ ਇਹ ਸਟੇਟਮੈਂਟ ਸਾਡੀ ਗਲਤ ਹੈ। ਦੂਸਰਾ, ਹਿਮਸੈਲਫ, ਆਪਣੇ ਆਪ ਉੱਪਰ ਵਿਸ਼ਵਾਸ, ਇਹ ਚੀਜ਼ ਸਿਖਾਈ ਜਾਣੀ ਚਾਹੀਦੀ ਹੈ। ਇਸ ਦਾ ਜ਼ਿਕਰ ਅਬਰਾਹਿਮ ਲਿੰਕਨ ਜੀ ਨੇ ਆਪਣੇ ਲੈਟਰ ਵਿੱਚ ਕੀਤਾ ਹੋਇਆ ਹੈ। ਸੋ ਇਸ ਕਰਕੇ ਸਾਡੀ ਇਹ ਸਟੇਟਮੈਂਟ ਸਹੀ ਹੈ। ਤੀਸਰਾ, ਹਿਜ਼ ਓਨ ਆਈਡੀਆਜ਼, ਆਪਣੇ ਵਿਚਾਰਾਂ ਦੇ ਉੱਤੇ, ਆਪਣੀਆਂ ਯੋਜਨਾਵਾਂ ਦੇ ਉੱਤੇ ਉਸ ਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ। ਇਹ ਵੀ ਅਬਰਾਹਿਮ ਲਿੰਕਨ ਜੀ ਨੇ ਆਪਣੇ ਪੱਤਰ ਵਿੱਚ ਦਰਜ ਕੀਤਾ ਹੈ। ਸੋ ਇਸ ਕਰਕੇ ਇਹ ਵੀ ਸਟੇਟਮੈਂਟ ਸਾਡੀ ਸਹੀ ਹੈ। ਐਂਡ ਲਾਸਟ ਵਿੱਚ ਮੈਨਕਾਈਂਡ, ਮਾਨਵਤਾ ਦੇ ਉੱਪਰ ਵਿਸ਼ਵਾਸ ਹੋਣਾ ਚਾਹੀਦਾ ਹੈ। ਤਾਂ ਲੈਟਰ ਦੇ ਅਕੋਰਡਿੰਗ ਇਹ ਸਟੇਟਮੈਂਟ ਵੀ ਸਾਡੀ ਸਹੀ ਹੈ। ਅੱਗੇ B ਸੈਕਸ਼ਨ ਦੇ ਵਿੱਚ ਆ ਗਿਆ ਵੋਕੈਬਲਰੀ ਐਕਸਰਸਾਈਜ਼। Number 1, match the words in column A with their meanings in column B,
ਕਾਲਮ A ਦੇ ਜਿਹੜੇ ਵਰਡਸ ਨੇ ਉਹਨਾਂ ਨੂੰ ਕਾਲਮ B ਦੇ ਵਰਡਸ ਨਾਲ ਮੈਚ ਕਰਨਾ ਹੈ। ਇਸ ਪ੍ਰਸ਼ਨ ਨੂੰ ਹੱਲ ਕਰਨ ਲਈ ਤੁਸੀਂ ਆਪਣੀਆਂ ਕਿਤਾਬਾਂ ਖੋਲ੍ਹ ਲਓ ਤਾਂ ਕਿ ਉੱਥੋਂ ਅਸੀਂ A ਔਰ B ਦੋਨਾਂ ਦੇ ਜਿਹੜੇ ਕਾਲਮਸ ਨੇ ਉਹਨਾਂ ਨੂੰ ਮੈਚ ਕਰ ਸਕੀਏ। ਕਾਲਮ A ਦੇ ਵਿੱਚ ਜੋ ਸਾਡੇ ਕੋਲ ਵਰਡਸ ਨੇ ਉਹਨਾਂ ਦੀ ਆਪਾਂ ਇੱਕ ਲਿਸਟ ਬਣਾ ਲੈਂਦੇ ਹਾਂ। ਸਭ ਤੋਂ ਪਹਿਲਾਂ ਹੈ ਸੈਲਫਿਸ਼। ਸੈਲਫਿਸ਼ ਦਾ ਮਤਲਬੀ। ਸੈਕਿੰਡ ਡੈਡੀਕੇਟਡ, ਸਮਰਪਿਤ। ਥਰਡ ਸਕਾਊਂਡਲ, ਬਦਮਾਸ਼ ਇਨਸਾਨ। ਚੌਥੇ ਨੰਬਰ ਤੇ ਆਨਰੇਬਲ, ਮਾਣਯੋਗ। ਇੰਪੇਸ਼ੈਂਟ, ਬੇਸਬਰਾ। ਸਾਈਨਿਕ, ਜਿਸ ਨੂੰ ਹਰੇਕ ਇਨਸਾਨ ਬੁਰਾ ਲੱਗੇ। ਜਸਟ, ਨਿਆਂਪੂਰਨ। ਤਾਂ ਅਸੀਂ ਜਿਹੜਾ ਤੁਹਾਡੀ ਬੁੱਕ ਦੇ ਵਿੱਚ ਕਾਲਮ B ਦੇ ਵਿੱਚ ਵਰਡਸ ਨੇ ਜਾਂ ਸੈਂਟੈਂਸ ਨੇ ਜਾਂ ਸੈਟ ਆਫ ਵਰਡਸ ਨੇ, ਅਸੀਂ ਉਹਨਾਂ ਨੂੰ ਇਹਨਾਂ ਨਾਲ ਮੈਚ ਕਰਦੇ ਹਾਂ। ਸਭ ਤੋਂ ਪਹਿਲਾਂ ਹੈ ਸੈਲਫਿਸ਼, ਮਤਲਬੀ। ਇਹਨੂੰ ਅਸੀਂ ਕਿਹਦੇ ਨਾਲ ਮੈਚ ਕਰਾਂਗੇ? ਵਨ ਹੂ ਇਜ਼ ਇੰਟਰਸਟਡ ਇਨ ਸੈਲਫ ਓਨਲੀ, ਜਿਹੜਾ ਆਪਣੇ ਆਪ ਦੇ ਵਿੱਚ ਹੀ ਇੰਟਰਸਟਡ ਹੋਵੇ। ਡੈਡੀਕੇਟਡ ਦਾ ਵਨ ਹੂ ਪਰਫਾਰਮਸ ਹਿਜ਼ ਡਿਊਟੀ ਵਿਦ ਡਿਵੋਸ਼ਨ, ਜਿਹੜਾ ਆਪਣੇ ਕਰਤੱਵਾਂ ਨੂੰ ਪੂਰੀ ਨਿਸ਼ਠਾ ਨਾਲ ਨਿਭਾਵੇ। ਸਕਾਊਂਡਰਲ ਦਾ ਵਨ ਹੂ ਸ਼ੋਜ਼ ਨੋ ਮੋਰਲ ਕੌਨਸ਼ੀਅਸ, ਜਿਹੜਾ ਨੈਤਿਕ ਕਦਰਾਂ ਕੀਮਤਾਂ ਨੂੰ ਨਾ ਦਰਸਾਵੇ। ਆਨਰੇਬਲ ਵਨ ਹੂ ਇਜ਼ ਰਿਸਪੈਕਟਡ ਬਾਈ ਆਲ, ਜਿਸ ਨੂੰ ਸਾਰੇ ਸਨਮਾਨ ਦੇਣ। ਇੰਪੇਸ਼ੈਂਟ ਵਨ ਹੂ ਹੈਜ਼ ਨੋ ਪੇਸ਼ੈਂਸ, ਜਿਸ ਦੇ ਵਿੱਚ ਸਬਰ ਨਾਮ ਦੀ ਕੋਈ ਚੀਜ਼ ਨਾ ਹੋਵੇ। ਸਾਈਨਿਕ ਵਨ ਹੂ ਬਿਲੀਵਸ ਦੈਟ ਐਵਰੀ ਵਨ ਇਜ਼ ਬੈਡ, ਜਿਹੜਾ ਇਹ ਸੋਚੇ ਕਿ ਹਰੇਕ ਇਨਸਾਨ ਬੁਰਾ ਹੈ। ਜਸਟ ਵਨ ਹੂ ਇਜ਼ ਰਿਸਪੋਂਸਿਬਲ ਐਂਡ ਫੇਅਰ, ਜਿਹੜਾ ਆਪਣੇ ਕੰਮਾਂ ਦੇ ਵਿੱਚ ਜ਼ਿੰਮੇਵਾਰ ਹੋਵੇ ਅਤੇ ਸਾਫ਼ ਸੁਥਰਾ ਹੋਵੇ। ਨੈਕਸਟ ਹੈ ਸਾਡੇ ਕੋਲ ਵੋਕੈਬਲਰੀ ਐਕਸਰਸਾਈਜ਼ 2। ਫਿਲ ਦ ਬਲੈਂਕਸ ਵਿਦ ਐਡਜੈਕਟਿਵ ਫਾਰਮ ਆਫ ਦ ਫੋਲੋਇੰਗ ਵਰਡਸ। ਜਿਹੜੇ ਸਾਨੂੰ ਵਰਡਸ ਦਿੱਤੇ ਗਏ ਨੇ ਉਹ ਹੈ ਆਨਰ, ਮਾਨ ਸਨਮਾਨ। ਕਰੇਜ, ਹੌਸਲਾ। ਇੰਜੋਏ, ਮਜ਼ੇ ਕਰਨਾ। ਵੰਡਰ, ਅਜੀਬ, ਅਦਭੁਤ। ਫੇਥ, ਵਿਸ਼ਵਾਸ। ਐਨਵੀ, ਈਰਖਾ। ਤਾਂ ਜੋ ਸੈਂਟੈਂਸਸ ਦਿੱਤੇ ਗਏ ਨੇ ਉਹ ਵੀ ਦੇਖ ਲਈਏ। ਨੰਬਰ 1, ਮਿਸਟਰ ਸਤੀਸ਼ ਇਜ਼ ਐਨ ਡੈਸ਼ ਮੈਨ, everyone in the town respects him. Number 2, do not be jealous, be dash. Number 3, the dog is a dash animal. Number 4, swimming through Park States was a challenge for Mihir Sen, but he was dash enough to attempt it. Number 5, the sunset was really dash. We had a lot of fun. And last, number 6, our trip was really dash. We had a lot of fun. ਤਾਂ ਇਹਨਾਂ 6 ਸੈਂਟੈਂਸਸ ਦੇ ਜਿਹੜੇ ਬਲੈਂਕਸ ਨੇ ਉਹਨਾਂ ਵਿੱਚ ਅਸੀਂ ਵਰਡਸ ਨੂੰ ਫਿਲ ਕਰਨਾ ਹੈ ਜਿਹੜੇ ਸਾਨੂੰ ਉੱਪਰ ਵਰਡਸ ਦਿੱਤੇ ਗਏ ਨੇ ਉਹਨਾਂ ਦੀ ਐਡਜੈਕਟਿਵ ਫਾਰਮ ਬਣਾ ਕੇ। ਤਾਂ ਇਹਨਾਂ ਨੂੰ ਆਪਾਂ ਸਟਾਰਟ ਕਰਦੇ ਹਾਂ। ਸੋ ਪਹਿਲਾ ਹੈ ਮਿਸਟਰ ਸਤੀਸ਼ ਇਜ਼ ਐਨ ਡੈਸ਼ ਮੈਨ, ਐਵਰੀਵਨ ਇਨ ਦਾ ਟਾਊਨ ਰਿਸਪੈਕਟਸ ਹਿਮ। ਮਿਸਟਰ ਸਤੀਸ਼ ਜਿਹੜੇ ਨੇ ਉਹ ਇੱਕ ਡੈਸ਼ ਵਿਅਕਤੀ ਨੇ ਅਤੇ ਸ਼ਹਿਰ ਦਾ ਹਰੇਕ ਵਿਅਕਤੀ ਉਹਨਾਂ ਦਾ ਸਤਿਕਾਰ ਕਰਦਾ ਹੈ। ਤਾਂ ਮਿਸਟਰ ਸਤੀਸ਼ ਕਿਸ ਤਰ੍ਹਾਂ ਦੇ ਬੰਦੇ ਨੇ? ਤੇ ਉੱਪਰੋਂ ਵਰਡ ਦੇਖੋ, ਸਾਡੇ ਕੋਲ ਪਹਿਲੇ ਨੰਬਰ 'ਤੇ ਹੀ ਦਿੱਤਾ ਹੋਇਆ ਹੈ ਆਨਰ। ਆਨਰ ਦਾ ਮਤਲਬ ਹੁੰਦਾ ਹੈ ਮਾਨ ਸਨਮਾਨ। ਅਤੇ ਆਨਰ ਦਾ ਐਡਜੈਕਟਿਵ ਫਾਰਮ ਕੀ ਬਣੇਗਾ? ਆਨਰੇਬਲ। ਤਾਂ ਇਹਦੇ ਵਿੱਚ ਅਸੀਂ ਕੀ ਭਰਾਂਗੇ? ਆਨਰੇਬਲ। ਤਾਂ ਸੈਂਟੈਂਸ ਬਣ ਜਾਏਗਾ ਮਿਸਟਰ ਸਤੀਸ਼ ਇਜ਼ ਐਨ ਆਨਰੇਬਲ ਮੈਨ, everyone in the town respects him. Number 2, do not be jealous.
ਈਰਖਾਲੂ ਨਾ ਬਣੋ। ਬੀ ਡੈਸ਼, ਸਾਡੇ ਕੋਲ ਉੱਪਰ ਵਰਡ ਹੈ ਐਨਵੀ। ਐਨਵੀ ਤੋਂ ਕੀ ਬਣਾਵਾਂਗੇ? ਐਨਵੀਅਸ। ਐਨਵੀਅਸ ਦਾ ਮਤਲਬ ਹੁੰਦਾ ਹੈ ਕਿਸੇ ਵਰਗਾ ਬਣਨ ਦੀ ਕੋਸ਼ਿਸ਼ ਕਰਨੀ। ਤਾਂ ਇਹਦਾ ਮਤਲਬ ਹੈ ਈਰਖਾ ਨਾ ਕਰੋ, ਦੂਸਰੇ ਵਰਗਾ ਬਣਨ ਦੀ ਕੋਸ਼ਿਸ਼ ਕਰੋ। ਨੰਬਰ 3, ਦ ਡੌਗ ਇਜ਼ ਅ ਡੈਸ਼ ਐਨੀਮਲ। ਉੱਪਰਲੇ ਪਾਸੇ ਸਾਡੇ ਕੋਲ ਵਰਡ ਹੈ ਫੇਥ, ਵਿਸ਼ਵਾਸ। ਤਾਂ ਉਹਦਾ ਐਡਜੈਕਟਿਵ ਫਾਰਮ ਕੀ ਬਣੇਗਾ? ਫੇਥਫੁਲ। ਤਾਂ ਸਾਡਾ ਸੈਂਟੈਂਸ ਬਣੇਗਾ ਦ ਡੌਗ ਇਜ਼ ਅ ਫੇਥਫੁਲ ਐਨੀਮਲ। Number 4, swimming through Park States was a challenge for Mihir Sen, but he was dash enough to attempt it। मतलब ਪਾਕ ਸਟੇਟਸ ਦੇ ਵਿੱਚ ਤੈਰਾਕੀ ਕਰਨਾ ਮਿਹਰ ਸੈਨ ਵਾਸਤੇ ਬਹੁਤ ਹੀ ਚੈਲੰਜ ਵਾਲਾ ਕੰਮ ਸੀ, ਪਰ ਉਸਨੇ ਇਸ ਨੂੰ ਪੂਰਾ ਕੀਤਾ। ਕਿਵੇਂ ਪੂਰਾ ਕੀਤਾ? ਉੱਪਰ ਦੇਖੋ ਸਾਡੇ ਕੋਲ ਵਰਡ ਦਿੱਤਾ ਹੋਇਆ ਹੈ ਕਰੇਜ। ਕਰੇਜ ਦਾ ਮਤਲਬ ਹੁੰਦਾ ਹੈ ਹੌਸਲਾ। ਤਾਂ ਇਸ ਵਰਡ ਦਾ ਜਿਹੜਾ ਐਡਜੈਕਟਿਵ ਫਾਰਮ ਹੋਏਗਾ ਉਹ ਹੈ ਕਰੇਜੀਅਸ। ਤਾਂ ਸੈਂਟੈਂਸ ਪੂਰਾ ਬਣ ਗਿਆ, ਸਵਿਮਿੰਗ ਥਰੂ ਪਾਰਕ ਸਟੇਟਸ ਵਾਜ਼ ਅ ਚੈਲੰਜ ਫॉर ਮਿਹਰ ਸੈਨ ਬਟ ਹੀ ਵਾਜ਼ ਕਰੇਜੀਅਸ ਇਨਫ ਟੂ ਅਟੈਂਪਟ ਇਟ। ਕਿ ਉਹਦੇ ਵਿੱਚ ਫालतू ਹੌਸਲਾ ਸੀ, ਵਾਧੂ ਹੌਸਲਾ ਸੀ ਕਿ ਉਸਨੇ ਇਸ ਕੰਮ ਨੂੰ ਪੂਰਾ ਕਰ ਦਿੱਤਾ। ਨੰਬਰ 5, ਦ ਸਨਸੈਟ ਵਾਜ਼ ਰੀਅਲੀ ਡੈਸ਼ ਵੀ ਹੈਡ ਅ ਲੋਟ ਆਫ ਫਨ। ਸੂਰਜ ਦਾ ਛਿਪਣਾ ਬਹੁਤ ਹੀ ਡੈਸ਼ ਸੀ। ਵੀ ਹੈਡ ਅ ਲੋਟ ਆਫ ਫਨ, ਅਸੀਂ ਬਹੁਤ ਇੰਜੋਏ ਕੀਤਾ, ਬਹੁਤ ਮਜ਼ਾ ਕੀਤਾ। ਤਾਂ ਉੱਪਰਲੇ ਪਾਸੇ ਦੇਖੋ ਸਾਡੇ ਕੋਲ ਵਰਡ ਦਿੱਤਾ ਹੋਇਆ ਹੈ ਵੰਡਰ, ਤੇ ਵੰਡਰ ਦਾ ਐਡਜੈਕਟਿਵ ਫਾਰਮ ਹੋਏਗਾ ਵੰਡਰਫੁਲ। ਤਾਂ ਸਾਡੇ ਕੋਲ ਕੀ ਬਣ ਗਿਆ ਇਹ? ਦ ਸਨਸੈਟ ਵਾਜ਼ ਰੀਅਲੀ ਵੰਡਰਫੁਲ, ਵੀ ਹੈਡ ਅ ਲੋਟ ਆਫ ਫਨ। And last one is number 6, our trip was really dash we had a lot of fun। ਜਿਹੜਾ ਸਾਡਾ ਟ੍ਰਿਪ ਸੀ ਉਹ ਬਹੁਤ ਜ਼ਿਆਦਾ ਡੈਸ਼ ਸੀ, ਅਸੀਂ ਬਹੁਤ ਇੰਜੋਏ ਕੀਤਾ, ਬਹੁਤ ਜ਼ਿਆਦਾ ਫਨ ਕੀਤਾ। ਤੇ ਲਾਸਟ ਵਿੱਚ ਸਾਡੇ ਕੋਲ ਉੱਪਰ ਵਰਡ ਹੈ ਇੰਜੋਏ। ਇੰਜੋਏ ਦਾ ਐਡਜੈਕਟਿਵ ਫਾਰਮ ਹੁੰਦਾ ਹੈ ਇੰਜੋਏਏਬਲ। ਤਾਂ ਇਹਦੇ ਵਿੱਚ ਅਸੀਂ ਕੀ ਭਰਾਂਗੇ? ਇੰਜੋਏਬਲ। ਤਾਂ ਸੈਂਟੈਂਸ ਕੰਪਲੀਟ ਬਣ ਜਾਏਗਾ our trip was really enjoyable, we had a lot of fun। ਵੋਕੈਬਲਰੀ ਐਕਸਰਸਾਈਜ਼ ਦਾ ਥਰਡ ਪੁਆਇੰਟ ਜੋ ਸਾਡੇ ਕੋਲ ਹੈ ਉਹ ਹੈ ਫਿਲ ਦ ਬਲੈਂਕਸ ਵਿਦ ਦ ਵਰਡਸ ਗਿਵਨ। ਜਿਹੜੇ ਸ਼ਬਦ ਦਿੱਤੇ ਹੋਏ ਨੇ ਉਹਨਾਂ ਨੂੰ ਫਿਲ ਕਰੋ, ਉਹਨਾਂ ਨੂੰ ਭਰੋ। ਵਰਡਸ ਦੇਖ ਲਈ ਆਪਾਂ ਕਿਹੜੇ ਹਨ। ਪਹਿਲਾ ਹੈ ਐਜੂਕੇਸ਼ਨ, ਜਿਸ ਦਾ ਮਤਲਬ ਹੈ ਪੜ੍ਹਾਈ। ਦੂਸਰਾ ਐਜੂਕੇਟਿੰਗ, ਪੜ੍ਹਾਉਣਾ। ਤੀਸਰਾ ਲਿਟਲ, ਥੋੜ੍ਹਾ ਜਿਹਾ। ਚੌਥਾ ਕਾਲਡ, ਬੁਲਾਇਆ। ਪੰਜਵਾਂ ਡਿਮਾਂਡਡ, ਮੰਗਿਆ। ਛੇਵਾਂ ਰਿਕੁਐਸਟਡ, ਬੇਨਤੀ ਕੀਤੀ। ਸੱਤਵਾਂ ਅਮਾਊਂਟ, ਰਕਮ। 8ਵੇਂ ਨੰਬਰ 'ਤੇ ਹੈ ਬਾਏ, ਖਰੀਦਣਾ। ਐਂਡ ਲਾਸਟ ਵਨ ਕਾਸਟ, ਮੁੱਲ। ਇਹ ਵਰਡਸ ਭਰਨੇ ਕਿੱਥੇ ਨੇ ਉਹ ਵੀ ਦੇਖ ਲਈਏ। ਇੱਕ ਪੈਰਾਗ੍ਰਾਫ ਦਿੱਤਾ ਹੋਇਆ, ਉਹਨੂੰ ਰੀਡ ਕਰਦੇ ਹਾਂ। There lived a man who was very rich. He was always worried about the dash of his son. He dash a philosopher and dash him to take upon himself the task of educating his son. The philosopher dash 100 pieces of gold for this. The rich man was surprised at the dash demanded and said he could dash a slave for a smaller amount. The philosopher replied he could get a slave free of dash by not dash his son, for a man without dash is dash better than a slave। ਇਹਨਾਂ ਦੇ ਆਨਸਰ ਵੀ ਆਪਾਂ ਕਰਾਂਗੇ। ਸੋ ਸਟਾਰਟ ਕਰਦੇ ਹਾਂ। ਫਸਟ ਲਾਈਨ, there lived a man who was very rich। ਇੱਕ ਵਾਰ ਇੱਕ ਵਿਅਕਤੀ ਸੀ ਜਿਹੜਾ ਬਹੁਤ ਅਮੀਰ ਸੀ। he was always worried about the dash of his son। ਉਹ ਹਮੇਸ਼ਾ ਆਪਣੇ ਪੁੱਤਰ ਦੀ ਡੈਸ਼ ਲਈ ਚਿੰਤਿਤ ਰਹਿੰਦਾ ਸੀ। ਕਿਸ ਚੀਜ਼ ਲਈ ਚਿੰਤਿਤ ਰਹਿੰਦਾ ਸੀ? ਤਾਂ ਜਿਹੜਾ ਬਾਕਸ ਹੈ
ਉਹਦੇ ਵਿੱਚੋਂ ਸਾਨੂੰ ਜਿਹੜਾ ਸੁਈਟੇਬਲ ਵਰਡ ਮਿਲਦਾ ਹੈ ਉਹ ਹੈ ਪੜ੍ਹਾਈ ਲਿਖਾਈ ਵਾਸਤੇ, ਮਤਲਬ ਐਜੂਕੇਸ਼ਨ। ਤਾਂ ਪਹਿਲੀ ਬਲੈਂਕ ਹੈ ਐਜੂਕੇਸ਼ਨ, ਕਿ ਉਹ ਆਪਣੇ ਬੇਟੇ ਦੀ ਪੜ੍ਹਾਈ ਲਿਖਾਈ ਲਈ ਹਮੇਸ਼ਾ ਹੀ ਚਿੰਤਿਤ ਰਹਿੰਦਾ ਸੀ। ਅਗਲਾ, ਹੀ ਡੈਸ਼ ਆ ਫਿਲੋਸਫਰ, ਉਸਨੇ ਇੱਕ ਫਿਲੋਸਫਰ ਨੂੰ ਕੀ ਕੀਤਾ ਹੋ ਸਕਦਾ ਹੈ, ਉਹਨੂੰ ਬੁਲਾਇਆ ਹੋ ਸਕਦਾ ਹੈ। ਤਾਂ ਸਾਡੇ ਕੋਲੇ ਵਰਡ ਹੈ ਕਾਲਡ, ਤਾਂ ਇਸ ਦਾ ਸੈਂਟੈਂਸ ਬਣੇਗਾ ਹੀ ਕਾਲਡ ਆ ਫਿਲੋਸਫਰ, ਉਸਨੇ ਇੱਕ ਫਿਲੋਸਫਰ ਨੂੰ ਬੁਲਾਇਆ, ਇੱਕ ਫਿਲੋਸਫਰ ਨੂੰ ਸੱਦਿਆ। ਐਂਡ ਡੈਸ਼ ਹਿਮ ਟੂ ਟੇਕ ਅਪੋਨ, ਅਤੇ ਉਸ ਨੂੰ ਕੀ ਕੀਤੀ, ਫਿਲੋਸਫਰ ਨੂੰ ਬੇਨਤੀ ਕੀਤੀ। ਤਾਂ ਸਾਡੇ ਕੋਲ ਬਾਕਸ ਦੇ ਜੋ ਵਰਡ ਹੈ ਰਿਕੁਐਸਟਡ, ਤੀਸਰੇ ਨੰਬਰ ਤੇ ਰਿਕੁਐਸਟਡ। ਐਂਡ ਰਿਕੁਐਸਟਡ ਹਿਮ ਟੂ ਟੇਕ ਅਪੋਨ ਹਿਮਸੈਲਫ ਦ ਟਾਸਕ ਆਫ ਐਜੂਕੇਟਿੰਗ ਹਿਜ਼ ਸਨ, ਕਿ ਉਸ ਵਿਅਕਤੀ ਨੇ ਫਿਲੋਸਫਰ ਨੂੰ ਬੁਲਾਇਆ ਅਤੇ ਉਸ ਨੂੰ ਬੇਨਤੀ ਕੀਤੀ ਕਿ ਉਸ ਦੇ ਪੁੱਤਰ ਦੀ ਪੜ੍ਹਾਈ ਲਿਖਾਈ ਦਾ ਜ਼ਿੰਮਾ ਉਹ ਆਪ ਲਵੇ। ਅੱਗੇ, ਦ ਫਿਲੋਸਫਰ ਡੈਸ਼ 100 ਪੀਸਸ ਆਫ ਗੋਲਡ ਫॉर ਦਿਸ, ਇਸ ਕੰਮ ਦੇ ਲਈ ਫਿਲੋਸਫਰ ਨੇ 100 ਸੋਨੇ ਦੇ ਸਿੱਕਿਆਂ ਦੀ ਡੈਸ਼ ਕੀਤੀ। ਕੀ ਕੀਤੀ, ਮੰਗ ਕੀਤੀ। ਮੰਗ ਵਾਸਤੇ ਸਾਡੇ ਕੋਲ ਸੁਈਟੇਬਲ ਵਰਡ ਹੈ ਡਿਮਾਂਡਡ, ਕਿ ਇਸ ਕੰਮ ਲਈ ਉਸ ਫਿਲੋਸਫਰ ਨੇ 100 ਸੋਨੇ ਦੇ ਸਿੱਕਿਆਂ ਦੀ ਮੰਗ ਕੀਤੀ। ਅੱਗੇ, ਦ ਰਿਚ ਮੈਨ ਵਾਜ਼ ਸਰਪ੍ਰਾਈਜ਼ਡ, ਅਮੀਰ ਵਿਅਕਤੀ ਇਸ ਤੇ ਬਹੁਤ ਹੈਰਾਨ ਹੋਇਆ। ਕਿਸ ਗੱਲ ਤੇ ਬਹੁਤ ਹੈਰਾਨ ਹੋਇਆ, ਐਟ ਦ ਡੈਸ਼ ਡਿਮਾਂਡਡ, ਕੀ ਚੀਜ਼ ਉਹਨੇ ਡਿਮਾਂਡ ਕੀਤੀ ਸੀ, ਜਿਹੜੀ ਅਮਾਊਂਟ ਸੀ, ਰਕਮ ਸੀ, ਉਸ ਨੂੰ ਸੁਣ ਕੇ ਉਹ ਬਹੁਤ ਹੈਰਾਨ ਹੋਇਆ। ਤਾਂ ਜਿਹੜੀ 5ਵੇਂ ਨੰਬਰ ਤੇ ਸਾਡੀ ਬਲੈਂਕ ਹੈ ਉਹਦੇ ਵਿੱਚ ਬਾਕਸ ਦੇ ਵਿੱਚੋਂ ਜਿਹੜਾ ਸ਼ਬਦ ਨਿਕਲ ਕੇ ਆਏਗਾ ਉਹ ਹੈ ਅਮਾਊਂਟ। ਐਟ ਦਾ ਅਮਾਊਂਟ ਡਿਮਾਂਡਡ ਐਂਡ ਸੈਡ ਹੀ ਕੁਡ ਡੈਸ਼ ਏ ਸਲੇਵ, ਤੇ ਉਸਨੇ ਕਿਹਾ ਕਿ ਉਹ ਇੱਕ ਸਲੇਵ ਦਾ ਮਤਲਬ ਹੁੰਦਾ ਹੈ ਗੁਲਾਮ। ਗੁਲਾਮ ਨੂੰ ਕੀ ਕਰ ਸਕਦਾ ਹੈ, ਕਿਸੇ ਗੁਲਾਮ ਨੂੰ ਖਰੀਦਣਾ। ਖਰੀਦਣ ਲਈ ਸਾਡੇ ਕੋਲ ਸੁਈਟੇਬਲ ਵਰਡ ਬਾਕਸ ਦੇ ਵਿੱਚ ਕੀ ਹੈ, ਬਾਏ। ਤਾਂ 6 ਨੰਬਰ ਦੇ ਵਿੱਚ ਸਾਡੇ ਕੋਲ ਆਏਗਾ ਬਾਏ। ਹੀ ਕੁਡ ਬਾਏ ਅ ਸਲੇਵ ਫॉर ਅ ਸਮਾਲਰ ਅਮਾਊਂਟ, ਕਿ ਇੱਕ ਘੱਟ ਰਕਮ ਦੇ ਨਾਲ, ਘੱਟ ਮੁੱਲ ਦੇ ਨਾਲ ਉਹ ਇੱਕ ਗੁਲਾਮ ਨੂੰ ਖਰੀਦ ਸਕਦਾ ਹੈ। ਅੱਗੇ, ਦ ਫਿਲੋਸਫਰ ਰਿਪਲਾਈਡ, ਫਿਲੋਸਫਰ ਨੇ ਜਵਾਬ ਦਿੱਤਾ। ਹੀ ਕੁਡ ਗੈਟ ਏ ਸਲੇਵ, ਕਿ ਉਹ ਇੱਕ ਗੁਲਾਮ ਨੂੰ ਪ੍ਰਾਪਤ ਕਰ ਸਕਦਾ ਹੈ ਫ੍ਰੀ ਆਫ ਡੈਸ਼ ਮਤਲਬ ਬਿਨਾਂ ਕਿਸੇ ਮੁੱਲ ਤੋਂ। ਮੁੱਲ ਵਾਸਤੇ ਸਾਡੇ ਕੋਲੇ ਜਿਹੜਾ ਵਰਡ ਦਿੱਤਾ ਹੋਇਆ ਹੈ 7ਵੀਂ ਬਲੈਂਕ ਵਿੱਚ ਜਿਹੜਾ ਅਸੀਂ ਭਰਨਾ ਹੈ ਉਹ ਹੈ ਕਾਸਟ। ਤਾਂ ਇਹ ਕੀ ਬਣ ਜਾਏਗਾ, ਫ੍ਰੀ ਆਫ ਕਾਸਟ, ਬਿਨਾਂ ਕਿਸੇ ਮੁੱਲ ਤੋਂ। ਫਿਲੋਸਫਰ ਨੇ ਕਿਹਾ ਕਿ ਉਹ ਬਿਨਾਂ ਕਿਸੇ ਮੁੱਲ ਤੋਂ ਇੱਕ ਗੁਲਾਮ ਨੂੰ ਪ੍ਰਾਪਤ ਕਰ ਸਕਦਾ ਹੈ। ਕਿਵੇਂ, ਬਾਈ ਨਾਟ ਡੈਸ਼ ਹਿਜ਼ ਸਨ, ਆਪਣੇ ਪੁੱਤਰ ਨੂੰ ਨਾ ਕਰਕੇ। ਕੀ ਨਾ ਕਰਕੇ, ਪੜ੍ਹਾਈ ਨਾ ਕਰਵਾ ਕੇ। ਤੇ ਪੜ੍ਹਾਉਣ ਦੇ ਕੰਮ ਵਾਸਤੇ ਵਰਡ ਯੂਜ਼ ਕੀਤਾ ਹੋਇਆ ਹੈ ਨੰਬਰ 8 ਤੇ ਐਜੂਕੇਟਿੰਗ। ਬਾਈ ਨਾਟ ਐਜੂਕੇਟਿੰਗ ਹਿਜ਼ ਸਨ, ਆਪਣੇ ਪੁੱਤਰ ਨੂੰ ਪੜ੍ਹਾ ਲਿਖਾ ਨਾ ਕਰਕੇ ਉਹ ਇੱਕ ਗੁਲਾਮ ਨੂੰ ਬਿਨਾਂ ਕਿਸੇ ਮੁੱਲ ਤੋਂ ਪ੍ਰਾਪਤ ਕਰ ਸਕਦਾ ਹੈ। ਅੱਗੇ, ਫॉर ਅ ਮੈਨ, ਇੱਕ ਵਿਅਕਤੀ ਲਈ, ਵਿਦਾਊਟ ਡੈਸ਼ ਇਜ਼, ਵਿਦਾਊਟ ਡੈਸ਼ ਬਿਨਾਂ ਕਿਸ ਚੀਜ਼ ਤੋਂ, ਪੜ੍ਹਾਈ ਲਿਖਾਈ ਤੋਂ, ਬਿਨਾਂ ਐਜੂਕੇਸ਼ਨ ਤੋਂ। ਤਾਂ 9ਵੀਂ ਬਲੈਂਕ ਦੇ ਵਿੱਚ ਅਸੀਂ ਭਰਾਂਗੇ ਐਜੂਕੇਸ਼ਨ। ਵਿਦਾਊਟ ਐਜੂਕੇਸ਼ਨ ਇਜ਼ ਡੈਸ਼ ਬੈਟਰ ਦੈਨ ਅ ਸਲੇਵ। ਇਜ਼ ਡੈਸ਼, ਡੈਸ਼ ਦੇ ਵਿੱਚ ਥੋੜ੍ਹਾ ਜਿਹਾ, ਲਿਟਲ, ਇਜ਼ ਡੈਸ਼ ਬੈਟਰ ਦੈਨ ਅ ਸਲੇਵ, ਕਿ ਸਲੇਵ ਤੋਂ, ਗੁਲਾਮ ਤੋਂ ਥੋੜ੍ਹਾ ਜਿਹਾ ਬਿਹਤਰ ਹੋਏਗਾ ਜੇ ਉਹ ਆਪਣੇ ਬੱਚੇ ਨੂੰ ਪੜ੍ਹਾ ਲਿਖਾ ਨਾ ਕਰਕੇ ਇੱਕ ਗੁਲਾਮ ਬਣਾ ਕੇ ਰੱਖੇ। ਇਹ ਸਨ ਟੈਕਸਟੁਅਲ ਐਕਸਰਸਾਈਜ਼ ਅਤੇ ਵੋਕੈਬਲਰੀ ਐਕਸਰਸਾਈਜ਼ ਜੋ ਸਾਨੂੰ ਸਾਡੀ ਬੁੱਕ ਵਿੱਚ ਕਰਨ ਲਈ ਮਿਲੇ ਹੋਏ ਨੇ। ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਨਾਲ ਵੀ ਇਹ ਬਹੁਤ ਹੀ ਇੰਪੋਰਟੈਂਟ ਨੇ। ਆਈ ਹੋਪ ਕਿ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ ਅਤੇ ਬਿਨਾਂ ਕਿਸੇ ਪ੍ਰੋਬਲਮ ਤੋਂ ਤੁਸੀਂ ਇਸ ਨੂੰ ਹੱਲ ਕਰ ਲਓਗੇ। ਫਿਰ ਵੀ ਇਨ ਕੇਸ ਇਹਨਾਂ ਨੂੰ ਹੱਲ ਕਰਨ ਦੇ ਵਿੱਚ ਜਾਂ ਸਮਝਣ ਦੇ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਉੱਪਰ ਆਈ ਬਟਨ 'ਤੇ ਕਲਿੱਕ ਕਰਕੇ
ਤੁਸੀਂ ਇਸ ਦੇ ਨਾਲ ਸੰਬੰਧਿਤ ਲੈਸਨ ਨੂੰ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ। ਇਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਦੇ ਦਿੱਤਾ ਹੈ। ਤਾਂ ਇੱਥੇ ਹੀ ਐਂਡ ਕਰਦੇ ਹਾਂ। ਜਲਦੀ ਹੀ ਨਵੇਂ ਲੈਕਚਰ ਨਾਲ ਦੁਬਾਰਾ ਮਿਲਾਂਗੇ। ਟਿਲ ਦੈਨ ਹੈਵ ਅ ਨਾਈਸ ਟਾਈਮ। ਥੈਂਕ ਯੂ ਆਲ। ਥੈਂਕ ਯੂ ਵੈਰੀ ਮਚ।